तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सत नाम ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ। मेरा गुण अवगुण ना विचारो कोई। माटी का क्या धोपै स्वामी। मानस की गत एही। जो हमारी विद होती मेरा सतगुरा। सा विद तुम्हार जानो आपे। हम रुलते फिरते कोई बात ना पूछता। गुर सतगुर संग किरे हम थापे। धन धन गुरु नानक जिन केरा। जित मिलिया चूकै सब सोग संतापे। वाहिगुरु जी का खालसा वाहिगुरु जी की फतेह। परम सन्मानयोग जुगो जुग अटल तख्त चौवर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर देश विदेश सिख चैनल के माध्यम राही नौवें गुरुदेव पातशाह धन गुरु तेग बहादुर महाराज पातशाह जी के पावन जीवन की विचार आप जी सरवण कर रहे हो। पिछे आपां जिक्र करके आए हाँ कि सतगुरु महाराज पातशाह जी नूं बाबा बुढ़ा साहिब जी, भाई गुरदास जी, भाई जेठा जी तो शस्त्र अते धार्मिक विद्या जिहड़ी सी वो प्राप्त करवाई गई। 4 साल की उम्र दे विच सतगुरु महाराज पातशाह जी ने अपने तन दे उत्ते पहनिया होया कीमती चोला जिहड़ा सी किसी गरीब लोड़वंद नूं देख के वो दान कर दिता। 7 साल की शरीरक आरबला दे अंदर धन गुरु तेग बहादुर महाराज जी ने अपने तो वड्डे भराता सन्मानयोग बाबा अटल राय साहिब जी दे चलाने का पता लग्या। गुरु पिता धन गुरु हरगोबिंद सच्चे पातशाह महाराज जी नूं अडोल तकिया है।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਤੋਂ ਅਗਲੇਰੀ ਵਿਚਾਰ ਜਦੋਂ ਅਸੀਂ ਪ੍ਰਾਰੰਭ ਕਰਦੇ ਹਾਂ ਤੇ ਉਹਦੇ ਵਿੱਚ ਵਿਦਵਾਨ ਸੱਜਣ ਆਖਦੇ ਨੇ ਕਿ ਜਿਵੇਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੀਰਕ ਜਿਹੜੀ ਡੀਲ ਡੋਲ ਹੈ ਉਹ ਬਹੁਤ ਭਰਵੀਂ ਸੀ। ਸਤਿਗੁਰ ਮਹਾਰਾਜ ਜੀ ਦਾ ਭਰਵਾਂ ਕੱਦ ਕਾਠ ਔਰ ਬਹੁਤ ਬਲਸ਼ਾਲੀ ਸਰੀਰ ਜਪਨਾ, ਜਦੋਂ ਸੰਗਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਦੇਖਦੀ ਸੀ ਤੇ ਉਹ ਕਹਿੰਦੇ ਸੀ ਕਿ ਸਮ ਪਿਤਾ ਕੇ ਦੀਰਗ ਡੀਲੰਗ, ਕਿ ਗੁਰੂ ਤੇਗ ਬਹਾਦਰ ਮਹਾਰਾਜ ਵੀ ਆਪਣੇ ਪਿਤਾ ਦੇ ਵਾਂਗ ਜਿਹੜੇ ਹਨ ਬਹੁਤ ਸੁੰਦਰ ਕੱਦ ਕਾਠ, ਬਹੁਤ ਸੋਹਣਾ, ਤੇ ਮੂਰਤ ਜਿਹੜੀ ਸੀ ਸਤਿਗੁਰ ਮਹਾਰਾਜ ਜੀ ਦੀ ਉਹ ਬਹੁਤ ਮਨ ਨੂੰ ਮੋਹ ਲੈਣ ਵਾਲੀ ਹੈ। ਮੁੱਖ ਮੰਡਲ ਚੰਦ ਸੋਸ਼ੀਲੰਗ, ਕਿ ਗੁਰੂ ਪਿਤਾ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਾਂਗ ਬਹੁਤ ਸੋਹਣੇ ਸੁੰਦਰ ਤੇ ਸਰੂਪ ਵਾਲੇ ਹਨ। ਸਤਿਗੁਰ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਮਿਲਦੀ ਹੈ ਕਿ ਮਹਾਰਾਜ ਜਿਵੇਂ ਬਾਣੀ ਦੇ ਵਿੱਚ ਵੀ ਬਚਨ ਕਹੇ ਕਿ ਪਹਿਲੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਝਾਵੇ, ਕਿ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਜਿਹੜਾ ਹੈ ਕਿਸੇ ਕਾਰਜ ਵਾਸਤੇ ਸਹਿਮਤ ਕਰ ਲਓ, ਤੇ ਜਦੋਂ ਸਾਡਾ ਆਪਣਾ ਮਨ ਉਸ ਕਾਰਜ ਦੇ ਵਾਸਤੇ ਸਹਿਮਤ ਹੋ ਜਾਵੇਗਾ ਤੇ ਉਸ ਤੋਂ ਬਾਅਦ ਵਿੱਚ ਕਿਸੇ ਦੂਸਰੇ ਨੂੰ ਉਪਦੇਸ਼ ਕਰੋਗੇ ਤੇ ਉਹਦੇ ਮਨ ਦੇ ਉੱਤੇ ਕੁਦਰਤੀ ਜਿਹੜਾ ਹੈ ਇਸ ਗੱਲ ਦਾ ਅਸਰ ਜ਼ਰੂਰ ਹੋਵੇਗਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚ ਕਿਰਪਾ ਕਰਦੇ ਹਨ ਕਿ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਦੂਸਰਿਆਂ ਨੂੰ ਉਪਦੇਸ਼ ਕਰਨਾ ਪਰ ਉਸ ਦੇ ਉੱਤੇ ਆਪ ਨਾ ਚੱਲਣਾ, ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਇਹ ਬਿਲਕੁਲ ਸਤਿਗੁਰ ਮਹਾਰਾਜ ਜੀ ਨੇ ਇੱਕ ਸਾਖੀ ਚੋਂ ਅਸੀਂ ਦਰਸ਼ਨ ਕਰਾਂਗੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਅਜੇ ਬਚਪਨ ਹੈ ਤੇ ਬਚਪਨ ਦੇ ਵਿੱਚ ਇੱਕ ਬਜ਼ੁਰਗ ਮਾਂ ਜਿਹੜੀ ਸੀ ਆਪਣੇ ਪੋਤਰੇ ਨੂੰ ਉਂਗਲ ਫੜ ਕੇ ਉਹਨੂੰ ਸਤਿਗੁਰ ਮਹਾਰਾਜ ਗੁਰੂ ਕਾ ਸਪੁੱਤਰ ਜਾਣ ਕੇ ਕੋਲ ਲੈ ਕੇ ਆਈ ਹੈ। ਮਹਾਰਾਜ ਜੀ ਦੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਕਿ ਆਪ ਗੁਰੂ ਕੇ ਸਾਹਿਬਜ਼ਾਦੇ ਹੋ, ਜਿਵੇਂ ਗੁਰੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਲੋਕ ਸਤਿਕਾਰ ਦੇ ਨਾਲ ਤੱਕਦੇ ਨੇ, ਉਹਨਾਂ ਦਾ ਉਪਦੇਸ਼ ਮੰਨਦੇ ਨੇ, ਉਹਨਾਂ ਦੇ ਕਹੇ 'ਤੇ ਚੱਲਦੇ ਨੇ, ਉਵੇਂ ਹੀ ਆਪ ਜੈਸੇ ਗੁਰੂ ਕੇ ਸਾਹਿਬਜ਼ਾਦੇ ਹੋ, ਆਪ ਜੀ ਦੇ ਹੁਕਮ ਜਾਂ ਆਪ ਜੀ ਦੇ ਬਚਨਾਂ ਦੇ ਉੱਪਰ ਵੀ ਸੰਗਤ ਜਿਹੜੀ ਹੈ ਉਵੇਂ ਹੀ ਤੁਰਦੀ ਹੈ। ਬੇਨਤੀ ਕੀ ਕੀਤੀ, ਕਹਿਣ ਲੱਗੇ ਇਹ ਮੇਰਾ ਜਿਹੜਾ ਪੋਤਰਾ ਹੈ ਨਾ ਇਹ ਗੁੜ ਬੜਾ ਖਾਂਦਾ ਹੈ, ਆਪ ਜੀ ਇਹਨੂੰ ਕਹੋ ਕਿ ਗੁੜ ਨਾ ਖਾਇਆ ਕਰੇ। ਗੁਰੂ ਤੇਗ ਬਹਾਦਰ ਮਹਾਰਾਜ ਬਚਪਨ ਵਿੱਚ ਉਸ ਫਿਰ ਮਾਈ ਨੂੰ ਵਾਪਸ ਮੋੜ ਦਿੱਤਾ, ਕਹਿਣ ਲੱਗੇ ਮਾਤਾ ਕੁਝ ਦਿਨਾਂ ਬਾਅਦ ਆਇਓ। ਦੂਸਰੀ ਵਾਰੀ ਉਹ ਮਾਤਾ ਫਿਰ ਗਈ ਤੇ ਫਿਰ ਮੋੜ ਦਿੱਤਾ। ਤੀਸਰੀ ਵਾਰੀ ਜਦੋਂ ਮਾਤਾ ਫਿਰ ਉਸ ਬਾਲਕ ਆਪਣੇ ਪੋਤਰੇ ਨੂੰ ਲੈ ਕਰਕੇ ਆਈ ਤੇ ਸਤਿਗੁਰੂ ਮਹਾਰਾਜ ਜੀ ਨੇ ਉਸ ਬਾਲਕ ਨੂੰ ਕਿਹਾ, ਕਹਿਣ ਲੱਗੇ ਕਿਉਂਕਿ ਹਮ ਉਮਰ ਦਾ ਸੀ, ਕਹਿਣ ਲੱਗੇ ਮਿੱਤਰਾ ਗੁੜ ਨਹੀਂ ਖਾਈਦਾ, ਗੁੜ ਨਾ ਖਾਇਆ ਕਰ। ਤੇ ਉਸ ਬਜ਼ੁਰਗ ਮਾਈ ਨੇ ਕਿਹਾ ਕਿ ਗੁਰੂ ਕੇ ਸਾਹਿਬਜ਼ਾਦੇ ਤੇਗ ਬਹਾਦਰ ਜੀ ਇਹ ਗੱਲ ਤੁਸੀਂ 7 ਦਿਨ ਪਹਿਲਾਂ ਵੀ ਤਾਂ ਕਹਿ ਸਕਦੇ ਸੀ ਨਾ, ਇੱਕ ਹਫ਼ਤੇ ਬਾਅਦ ਇਹ ਗੱਲ ਆਖੀ, ਜੇ ਉਸ ਦਿਨ ਕਹਿ ਦਿੰਦੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਮਾਤਾ ਉਸ ਦਿਨ ਮੈਂ ਕਹਿ ਲੈਂਦਾ ਪਰ ਮੇਰਾ ਮਨ ਨਹੀਂ ਸੀ ਇਸ ਗੱਲ ਨੂੰ ਮੰਨਣਾ, ਕਿਉਂਕਿ ਪਹਿਲਾਂ ਗੁੜ ਜਿਹੜਾ ਹੈ ਮੈਂ ਵੀ ਖਾ ਲੈਂਦਾ ਸੀ, ਹੁਣ ਮੈਂ ਗੁੜ ਪਹਿਲੋਂ ਹਫ਼ਤੇ ਤੱਕ ਆਪ ਛੱਡਣਾ ਕੀਤਾ, ਹੁਣ ਮੈਂ ਗੁੜ ਛੱਡ ਦਿੱਤਾ। ਹੁਣ ਮੇਰਾ ਪਹਿਲੋਂ ਮਨ ਮੰਨ ਗਿਆ ਕਿ ਜਿਹੜਾ ਕੰਮ ਦੂਸਰੇ ਨੂੰ ਕਹਿਣਾ ਪਹਿਲੋਂ ਆਪ ਉਸ ਨੂੰ ਕਰਕੇ ਦੇਖੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਕਿ ਮੈਂ ਆਪ ਗੁੜ ਖਾਣਾ ਛੱਡ ਦਿੱਤਾ, ਹੁਣ ਇਸ ਕਰਕੇ ਜਿਹੜਾ ਹੈ ਮੈਂ ਇਹਨੂੰ ਉਪਦੇਸ਼ ਕਰ ਸਕਦਾ ਹੈ। ਤੇ ਬਾਣੀ ਦੇ ਅਸੀਂ ਬਚਨ ਪੜ੍ਹੇ ਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਪਹਿਲੋਂ ਆਪਣਾ ਮਨ ਜਿਹੜਾ ਹੈ ਉਹਨੂੰ ਮਨਾ ਲੈਣਾ ਹੈ, ਫਿਰ ਦੂਸਰੇ ਨੂੰ ਉਪਦੇਸ਼ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ
ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਸਨ, ਉਹਨਾਂ ਦੀ ਸਰਕਾਰ ਦੇ ਨਾਲ ਜਿਸ ਵੇਲੇ ਠਣਕਦੀ ਹੈ, ਸਰਕਾਰ ਨੇ ਵਿਰੋਧ ਕਰਨਾ ਕੀਤਾ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਦੀ ਪਹਿਲੀ ਜੰਗ ਜਿਹੜੀ ਹੈ ਉਹ ਬਾਜ ਦੀ ਜੰਗ ਸੀ। ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 15 ਮਈ ਸਨ 1628 ਨੂੰ ਇਹ ਜੰਗ ਕੀਤੀ ਗਈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਸ ਵੇਲੇ ਸਰੀਰਕ ਉਮਰ ਜਿਹੜੀ ਹੈ ਉਹ 7 ਸਾਲ ਦੀ ਹੈ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਿੱਖ ਜਿਹੜੇ ਸਨ ਉਹ ਬਾਹਰ ਸ਼ਿਕਾਰ ਖੇਡਣ ਵਾਸਤੇ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਿੱਖਾਂ ਨੇ ਉਸ ਵੇਲੇ ਜਿਹੜਾ ਹਕੂਮਤ ਦਾ ਬਾਜ ਸੀ, ਆਪਣਾ ਬਾਜ ਉਡਾ ਕੇ ਉਹਨੂੰ ਥੱਲੇ ਡਿੱਗਿਆ, ਉਹਨੂੰ ਫੜ ਲਿਆ। ਜਦੋਂ ਉਹਨਾਂ ਨੇ ਜ਼ੋਰ ਜ਼ਬਰਦਸਤੀ ਆ ਕੇ ਕਿਹਾ ਕਿ ਬਾਜ ਵਾਪਸ ਦਿਓ, ਤੁਸੀਂ ਸਾਨੂੰ ਜਾਣਦੇ ਨਹੀਂ, ਇਹ ਹਕੂਮਤ ਦਾ ਇਲਾਕਾ ਹੈ, ਕੁਝ ਦਬਕਾਉਣਾ ਚਾਹਿਆ, ਕੁਝ ਡਰਾਉਣਾ ਚਾਹਿਆ, ਪਰ ਸਤਿਗੁਰੂ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਦੇ ਅੰਦਰ ਇੰਨੀ ਜ਼ੁਰਤ ਤਾਕਤ ਭਰ ਦਿੱਤੀ ਸੀ। ਸਿੱਖਾਂ ਨੇ ਕਿਹਾ ਕਿ ਤੁਸੀਂ ਬਾਜ ਦੀ ਗੱਲ ਕਰਦੇ ਹੋ, ਅਸੀਂ ਤਾਂ ਹੁਣ ਤਾਜ ਵੀ ਤੁਹਾਡੇ ਕੋਲ ਲੈ ਲੈਣਾ ਹੈ। ਉੱਥੇ ਫਿਰ ਕੁਝ ਜਿਹੜੇ ਝੋਲੀ ਚੁੱਕ ਇਨਸਾਨ ਸੀ, ਉਹਨਾਂ ਨੇ ਸਰਕਾਰੇ ਦਰਬਾਰੇ ਚੁੱਕਿਆ। ਪਹਿਲੀ ਜੰਗ ਜਿਹੜੀ ਸੀ 15 ਮਈ 1628 ਨੂੰ ਅੰਮ੍ਰਿਤਸਰ ਦੀ ਧਰਤੀ ਤੇ ਹੋਈ। ਉਸ ਵੇਲੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਸਰੀਰਕ ਉਮਰ ਜਿਹੜੀ ਹੈ ਉਹ 7 ਸਾਲ ਦੀ ਹੈ। ਸਤਿਗੁਰੂ ਮਹਾਰਾਜ ਉਸ ਵੇਲੇ ਬੀਬੀ ਵੀਰੋ ਦਾ ਜਿਹੜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਹੈ, ਉਹਨਾਂ ਦੇ ਵਿਆਹ ਕਾਰਜਾਂ ਵਿੱਚ ਰੁੱਝੇ ਹੋਏ ਸਨ। ਗੁਰੂ ਕੇ ਮਹਿਲ ਅਸਥਾਨ 'ਤੇ ਵਿਆਹ ਕੀਤਾ ਜਾਣਾ ਸੀ, ਪਰ ਜਦੋਂ ਫੌਜ ਦੀ ਚੜ੍ਹਾਈ ਸੁਣੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਫਿਰ ਸਾਰਾ ਪਰਿਵਾਰ ਜਿਹੜਾ ਸੀ ਉਹ ਝਬਾਲ ਦੀ ਧਰਤੀ 'ਤੇ ਭੇਜ ਦਿੱਤਾ ਅਤੇ ਝਬਾਲ ਜਾ ਕਰਕੇ ਬੀਬੀ ਵੀਰੋ ਦਾ ਵਿਆਹ ਹੋਇਆ। ਪਿੱਛੋਂ ਮੁਗਲਾਂ ਨੇ ਹਮਲਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸ ਜੰਗ ਦੇ ਵਿੱਚ ਜਿੱਤ ਹੋਈ ਹੈ। ਇਸ ਤੋਂ ਬਾਅਦ ਵਿੱਚ ਸਤੰਬਰ 1629 ਨੂੰ, ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਰੀਰਕ ਉਮਰ 9 ਸਾਲ ਦੀ ਹੈ, ਇਹ 9 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸ਼੍ਰੀ ਹਰਗੋਬਿੰਦਪੁਰ ਵਿਖੇ ਜਿਹੜੀ ਜੰਗ ਹੋਈ, ਉਹਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੂੰ ਤੇਗ ਚਲਾਉਂਦਿਆਂ ਤੱਕਿਆ। ਸਤਿਗੁਰੂ ਮਹਾਰਾਜ ਜੀ ਨੇ ਦੋਨੋਂ ਜੰਗਾਂ ਆਪਣੀ ਅੱਖਾਂ ਦੇ ਨਾਲ ਤੱਕੀਆਂ ਹਨ ਕਿ ਗੁਰੂ ਪਿਤਾ ਜਿਹੜੇ ਨੇ ਉਹ ਕਿਵੇਂ ਜੰਗ ਦੇ ਵਿੱਚ ਤਲਵਾਰ ਦੇ ਜ਼ੋਹਰ ਦਿਖਾਉਂਦੇ ਨੇ। ਇਸ ਜੰਗ ਦੇ ਵਿੱਚ ਦੂਸਰੀ ਜੰਗ ਅੰਦਰ ਜਿਹੜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸ਼੍ਰੀ ਹਰਗੋਬਿੰਦਪੁਰ ਵਿਖੇ ਕੀਤੀ ਹੈ, ਇਸ ਜੰਗ ਦੇ ਵਿੱਚ ਇੱਕ ਬੜੀ ਸੁੰਦਰ ਘਟਨਾ ਜਿਹੜੀ ਵਾਪਰੀ। ਕਿਉਂਕਿ ਇਤਿਹਾਸ ਕਹਿੰਦਾ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨਾ ਕਦੇ ਵੀ ਗੁੱਸੇ ਦੇ ਵਿੱਚ ਨਹੀਂ ਆਏ, ਹਮੇਸ਼ਾ ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਰਹਿੰਦੀ ਸੀ। ਸਤਿਗੁਰੂ ਮਹਾਰਾਜ ਜੰਗ ਦੇ ਵਿੱਚ ਲੜਦੇ ਨੇ ਤੇ ਅਸੀਂ ਸਾਰੇ ਹੀ ਇਸ ਗੱਲ ਨੂੰ ਜਾਣਦੇ ਹਾਂ ਕਿ ਮਹਾਰਾਜ 2 ਤਲਵਾਰਾਂ ਪਹਿਨਦੇ ਸੀ, ਇੱਕ ਮੀਰੀ ਦੀ ਤੇ ਦੂਸਰੀ ਪੀਰੀ ਦੀ। ਮੀਰੀ ਦੀ ਤਲਵਾਰ ਦੇ ਨਾਲ ਸਤਿਗੁਰੂ ਮਹਾਰਾਜ ਜੰਗ ਲੜਦੇ ਪਏ ਨੇ। ਮੀਰੀ ਦੀ ਤਲਵਾਰ ਜਿਹੜੀ ਸੀ ਉਹ ਜੰਗ ਲੜਦਿਆਂ ਉਹ ਤਲਵਾਰ ਟੁੱਟ ਗਈ ਉੱਥੋਂ ਸ਼੍ਰੀ ਹਰਗੋਬਿੰਦਪੁਰ ਦੀ ਜੰਗ ਦੇ ਅੰਦਰ। ਸਤਿਗੁਰੂ ਮਹਾਰਾਜ ਪਾਤਸ਼ਾਹ ਦੂਸਰੀ ਤਲਵਾਰ ਪੀਰੀ ਦੀ ਵੀ ਪਹਿਨੀ ਹੋਈ ਏ, ਪਰ ਸਤਿਗੁਰੂ ਮਹਾਰਾਜ ਨੇ ਪੀਰੀ ਦੀ ਤਲਵਾਰ ਦੇ ਨਾਲ ਦੁਸ਼ਮਣ ਨੂੰ ਮਾਰਨਾ ਠੀਕ ਨਹੀਂ ਸਮਝਿਆ। ਮਹਾਰਾਜ ਪਾਤਸ਼ਾਹ ਜੀ ਨੇ ਉਸ ਵੇਲੇ ਜਿਹੜਾ ਦੁਸ਼ਮਣ ਚੜ੍ਹ ਕੇ ਆਇਆ ਅਬਦੁਲ ਖਾਨ, ਉਹਨੂੰ ਸਤਿਗੁਰੂ ਮਹਾਰਾਜ ਨੇ ਆਪਣੀਆਂ ਬਾਹਾਂ, ਆਪਣੀਆਂ ਭੁਜਾ ਦੀ ਤਾਕਤ ਦੇ ਨਾਲ ਪਟਕਾ ਕਰਕੇ ਮਾਰਿਆ ਤੇ ਉਹਦਾ ਮੌਤ ਹੋ ਗਈ। ਸਤਿਗੁਰੂ ਮਹਾਰਾਜ ਨੇ ਦੂਸਰੀ ਜੰਗ ਵੀ ਜਿੱਤੀ। ਮਹਾਰਾਜ ਨੇ ਜੰਗ ਦੇ ਵਿੱਚ ਮੀਰੀ ਦੀ ਤਲਵਾਰ ਤਾਂ ਵਰਤੀ ਹੈ, ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਪੀਰੀ ਦੀ ਤਲਵਾਰ ਪਹਿਨੀ ਜ਼ਰੂਰ ਹੈ, ਪਰ ਮਹਾਰਾਜ ਉਹਨੂੰ ਜੰਗ ਦੇ ਵਿੱਚ ਨਹੀਂ ਵਰਤਦੇ। ਇਸੇ ਸਮੇਂ ਦੇ ਦੌਰਾਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ 1629 ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਉਹਨਾਂ ਦਾ ਅਕਾਲ ਚਲਾਣਾ ਹੋਇਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਨਾਲ ਰਹਿ ਕੇ ਪਿਤਾ ਜੀ ਦੇ ਨਾਲ ਬਾਬਾ ਸ੍ਰੀ ਚੰਦ ਦੇ ਚਲਾਣੇ ਨੂੰ ਵੀ ਦੇਖਿਆ ਕਿ ਕਿਤਨੀ ਲੰਮੀ ਆਰਬਲਾ ਸਰੀਰ ਦੀ ਉਹਨਾਂ ਨੇ ਭੋਗ ਕਰਕੇ ਜਿਹੜਾ ਸੀ ਉਹ ਸੰਸਾਰ ਦੇ ਵਿੱਚੋਂ ਗਏ। ਬੰਦਗੀ, ਸੇਵਾ, ਸਿਮਰਨ ਤੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਸੀ ਉਹ ਲਗਾਉਣਾ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਦਿਆ ਦਾਤੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ 1506 ਦੇ ਵਿੱਚ ਹੋਇਆ ਕੱਥੂ ਨੰਗਲ ਦੀ ਧਰਤੀ। ਕੱਥੂ ਨੰਗਲ ਦੀ ਧਰਤੀ ਦੇ ਅੰਦਰ 1506 ਸਨ ਦੇ ਅੰਦਰ ਈਸਵੀ ਨੂੰ ਸਤਿਗੁਰੂ ਮਹਾਰਾਜ ਜੀ ਦਾ ਸੁੱਗੇ ਰੰਧਾਵੇ ਦੇ ਘਰ ਜਿਹੜਾ ਸੀ
ਉਹ ਬਾਬਾ ਬੁੱਢਾ ਸਾਹਿਬ ਜੀ ਨੇ ਅਵਤਾਰ ਲਿਆ, ਉੱਥੇ ਉਹਨਾਂ ਦਾ ਆਗਮਨ ਹੋਇਆ। 125 ਸਾਲ ਉਹਨਾਂ ਨੇ ਗੁਰੂ ਘਰ ਦੇ ਅੰਦਰ ਸੇਵਾ ਕੀਤੀ। ਇੱਥੇ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਸਿੱਖੀ ਪ੍ਰਾਪਤ ਕੀਤੀ। ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ 5 ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥੀਂ ਤਿਲਕ ਦਿੱਤਾ, 6 ਗੁਰੂ ਸਾਹਿਬਾਨਾਂ ਨੂੰ ਸਰੀਰਕ ਤੌਰ ਤੇ ਗੁਰਤਾ ਗੱਦੀ ਤੇ ਬੈਠਿਆਂ ਤੱਕਿਆ ਹੈ। ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 8 ਗੁਰੂ ਸਾਹਿਬਾਨਾਂ ਦੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਕੀਤੇ, ਕਿਉਂਕਿ 1631 ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਅਕਾਲ ਚਲਾਣਾ ਹੈ, ਗੁਰਪੁਰ ਗਮਨ ਕੀਤਾ ਹੈ, ਤੇ 1630 ਦੇ ਵਿੱਚ 1 ਸਾਲ ਪਹਿਲਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਚੁੱਕਿਆ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜਿਨ੍ਹਾਂ ਨੇ ਅੱਗੇ ਜਾ ਕੇ 7ਵੇਂ ਤੇ 9ਵੇਂ ਸਰੀਰ ਦੇ ਵਿੱਚ ਗੁਰਤਾ ਗੱਦੀ ਧਾਰਨ ਕਰਨੀ ਹੈ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਜਿਹੜੇ ਹਨ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਰਦਾਸ ਕਰਨੀ ਜਨਮ ਦੇ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਨਾਮ ਰੱਖਣਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿੱਦਿਆ ਦੇਣੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਜਿਹੜਾ ਸੀ 2 ਤਲਵਾਰਾਂ ਪਹਿਨਾਉਣੀਆਂ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਤਖਤ ਦੀ ਸਿਰਜਣਾ ਕਰਵਾਉਣ ਵੇਲੇ ਨਾਲ ਲੱਗਣਾ, ਕਿਉਂਕਿ ਇਤਿਹਾਸ ਦੇ ਬਚਨ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨਾ ਹੱਥ ਲਗਾਇਓ, ਬੁੱਢਾ ਉਹ ਗੁਰਦਾਸ ਬਣਾਇਓ। ਅਕਾਲ ਤਖਤ ਸਾਹਿਬ ਜਿਹੜਾ ਸੀ, ਜਿਹਨੂੰ ਪਹਿਲਾਂ ਅਕਾਲ ਬੁੰਗਾ ਫਿਰ ਅਕਾਲ ਤਖਤ ਕਿਹਾ, ਉਸ ਅਕਾਲ ਤਖਤ ਦੀ ਸਿਰਜਣਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ। ਕਿਸੇ ਰਾਜ ਮਿਸਤਰੀ ਨੇ ਉੱਥੇ ਇੱਕ ਇੱਟ ਵੀ ਉਹਨਾਂ ਨੇ ਨਹੀਂ ਲਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਉਹਨਾਂ ਨੇ ਉਸ ਤਖਤ ਨੂੰ ਜਿਹੜਾ ਬਣਾਉਣ ਵੇਲੇ ਉਹਨਾਂ ਨੇ ਸੇਵਾ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰੂ ਮਹਾਰਾਜ ਨੂੰ ਕੈਦ ਕੀਤਾ ਗਿਆ ਤੇ ਉਹਨਾਂ ਨੇ ਚੌਂਕੀਆਂ ਕੱਢੀਆਂ ਹਨ। ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਮੇਰਾ ਸਰੀਰ ਬਿਰਧ ਹੋ ਗਿਆ, ਮਹਾਰਾਜ ਕਿਰਪਾ ਕਰੋ, ਮੇਰਾ ਜਦੋਂ ਅੰਤਮ ਸਮਾਂ ਆਵੇ ਆਪ ਜੀ ਨੇ ਦਰਸ਼ਨ ਜ਼ਰੂਰ ਦੇਣੇ। ਤੇ ਸੁਭਾਵਕ ਜੀ ਗੱਲ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਸਤਾਦ ਸਨ, ਵਿੱਦਿਆ ਉਹਨਾਂ ਨੇ ਪੜ੍ਹਾਈ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਮ ਸਮੇਂ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਂਦੇ ਨੇ ਤੇ ਨਾਲ ਆਪਣੇ ਸੁਪੁੱਤਰ ਤੇਗ ਬਹਾਦਰ ਜੀ ਨੂੰ ਵੀ ਲੈ ਕੇ ਜਾਂਦੇ ਨੇ। ਉੱਥੇ ਦੇਖਿਆ ਕਿ ਉਹਨਾਂ ਨੇ ਚਰਨ ਫੜੇ ਸਤਿਗੁਰੂ ਮਹਾਰਾਜ ਜੀ ਦੇ, ਔਰ 125 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਘਰ ਦੇ ਵਿੱਚ ਲੰਮਾ ਸਮਾਂ ਸੇਵਾ ਕੀਤੀ, ਇਹ ਹੰਕਾਰ ਕਰਕੇ ਨਹੀਂ ਆਖਦਾ, ਮਹਾਰਾਜ ਇੱਕ ਕਿਰਪਾ ਕਰਿਓ, ਇਤਨਾ ਸਮਾਂ ਸੇਵਾ ਕਰਦਿਆਂ ਮੈਂ ਬਹੁਤ ਸਾਰੀਆਂ ਐਸੀਆਂ ਗਲਤੀਆਂ ਕੀਤੀਆਂ ਹੋਣਗੀਆਂ ਜਿਹੜੀਆਂ ਮਾਫ ਤੇ ਨਹੀਂ ਕੀਤੀਆਂ ਜਾ ਸਕਦੀਆਂ, ਪਰ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਬਖਸ਼ ਲਿਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੀਨੇ ਦੇ ਨਾਲ ਲਾਇਆ, ਕਿਹਾ ਕਿ ਬਾਬਾ ਜੀ ਆਪ ਤਾਂ ਗੁਰੂ ਨਾਨਕ ਦੇ ਆਦ ਸਿੱਖ ਹੋ। ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਕਿਰਪਾ ਕਰਿਓ, ਇੱਕ ਤਾਂ ਕਹੋ ਕਿ ਮੈਨੂੰ ਬਖਸ਼ ਲਿਆ, ਦੂਸਰੀ ਕਿਰਪਾ ਕਰਿਓ ਕਿ ਮੇਰੇ ਪੁੱਤਰ ਭਾਨੇ ਨੂੰ ਸਿੱਖੀ ਦੀ ਦਾਤ ਬਖਸ਼ਿਓ। ਸਤਿਗੁਰੂ ਮਹਾਰਾਜ ਨੂੰ ਹੱਥ ਫੜਾਇਆ ਆਪਣੇ ਪੁੱਤਰ ਦਾ। ਬਾਬਾ ਬੁੱਢਾ ਸਾਹਿਬ ਜੀ ਨੇ ਬਾਣੀ ਪੜ੍ਹਦਿਆਂ ਅੰਮ੍ਰਿਤ ਵੇਲੇ ਸਰੀਰ ਤਿਆਗਿਆ। ਸਵੇਰ ਜਦੋਂ ਚਿਖਾ ਚਿੰਨੀ ਸੀ, ਅਰਥੀ ਤਿਆਰ ਕੀਤੀ ਗਈ, ਤੇ ਸਭ ਤੋਂ ਅੱਗੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੋਢਾ ਦਿੱਤਾ, ਉਹਨਾਂ ਦੇ ਪੁੱਤਰ ਨੇ ਮੋਢਾ ਦਿੱਤਾ। ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਸਿੱਖਾਂ ਨੇ, ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਸਿੱਖ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਮੋਢਾ ਦੇਣਾ ਕੀਤਾ। ਆਪਣੇ ਹੱਥੀਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਨੂੰ ਅਗਨ ਭੇਟ ਕੀਤਾ ਹੈ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਵਿੱਚ ਇਹ ਬਹੁਤ ਵੱਡੀ ਛਾਪ ਛੱਡ ਕੇ ਗਈ ਕਿ ਸਤਿਗੁਰੂ ਮਹਾਰਾਜ ਜੀ ਦੇ ਘਰ 'ਚ ਲੰਮਾ ਸਮਾਂ ਸੇਵਾ ਕਰਨ ਤੋਂ ਬਾਅਦ ਵਿੱਚ ਵੀ ਸਿੱਖ ਦਾ ਮਨ ਇੰਨਾ ਕੁ ਨੀਵਾਂ ਹੋਣਾ ਚਾਹੀਦਾ ਹੈ ਕਿ ਸੇਵਾ ਕਰਦਿਆਂ ਹੋਇਆਂ ਵੀ, ਜਿਵੇਂ ਬਾਣੀ ਦੇ ਬਚਨ ਨੇ, ਸੇਵਾ ਕਰਤ ਹੋਵੇ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਸੇਵਾ ਕਰਦਿਆਂ ਹੋਇਆਂ ਨਿਸ਼ਕਾਮ ਹੋ ਜਾਵੇ।
ਦਾਵਾ ਨਾ ਕਰੇ ਕਿ ਮੈਂ ਬਹੁਤ ਸੇਵਾ ਕੀਤੀ ਹੈ। ਅੱਜ ਕੋਈ ਥੋੜੀ ਜਿੰਨੀ ਵੀ ਸੇਵਾ ਕਰ ਲਵੇ ਨਾ ਤੇ ਉਹ ਫਿਰ ਦਾਅਵੇ ਕਰ ਲੈਂਦਾ ਹੈ। ਥੋੜਾ ਜਿੰਨਾ ਵੀ ਆ ਕੇ ਗੁਰੂ ਘਰ ਦੇ ਵਿੱਚ ਸੇਵਾ ਕਰ ਲਈ ਫਿਰ ਦਾਅਵੇ ਕਰੇਗਾ ਕਿ ਨਹੀਂ ਜੀ ਮੇਰੇ ਤੋਂ ਬਗੈਰ ਤੇ ਸੇਵਾ ਕਰਨ ਵਾਲਾ ਕੋਈ ਨਹੀਂ। ਪਰ ਦੇਖੋ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕਿ 119 ਸਾਲ ਉਹਨਾਂ ਨੇ ਸੇਵਾ ਕੀਤੀ ਹੈ, ਪਰ ਦਾਅਵਾ ਕਦੀ ਨਹੀਂ ਕੀਤਾ ਕਿ ਸਤਿਗੁਰੂ ਮਹਾਰਾਜ ਮੈਂ ਤੇਰੇ ਘਰ ਦੇ ਵਿੱਚ ਇਤਨੀ ਸੇਵਾ ਕੀਤੀ। ਗੁਰੂ ਨੇ ਕੋਈ ਵੀ ਹੁਕਮ ਕਰ ਦੇਣਾ ਤੇ ਉਦੋਂ ਹੀ ਕਹਿਣਾ ਮਹਾਰਾਜ ਭਲਾ। ਇੱਕੋ ਸ਼ਬਦ ਬਾਬਾ ਬੁੱਢਾ ਸਾਹਿਬ ਜੀ ਨੇ ਕਹਿਣਾ ਭਲਾ ਸਤਿਗੁਰੂ, ਤੇ ਮਹਾਰਾਜ ਨੇ ਹੁਕਮ ਕਰ ਦੇਣਾ ਤੇ ਝੱਟ ਉਹਨੂੰ ਮੰਨ ਲੈਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸਨ, ਬੁੱਢਿਆ ਤੇਥੋਂ ਓਲੇ ਕਦੇ ਨਾ ਹੋਸਾਂ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕਰਨਾ ਕੀਤਾ। ਉਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੇਤਰ ਵੀ ਸੇਜਲ ਹੋਏ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਵਿਦਿਆ ਦਾਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਗਨ ਭੇਟ ਹੁੰਦਿਆਂ ਉਹਨਾਂ ਦੀ ਜੀਵਨ ਜਿਹੜਾ ਸੀ ਉਹਨੂੰ ਨੇੜਿਓਂ ਹੋ ਕਰਕੇ ਤੱਕਿਆ ਹੈ। ਦੂਸਰੇ ਜਿਹੜੇ ਉਸਤਾਦ ਸੀ ਭਾਈ ਗੁਰਦਾਸ ਸਾਹਿਬ ਜੀ, ਇਹਨਾਂ ਦੇ ਜਿਹੜਾ ਅਕਾਲ ਚਲਾਣਾ ਹੈ ਇਹ 1636 ਨੂੰ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਮਹਾਰਾਜ ਜਦੋਂ ਅੰਤਮ ਸਮਾਂ ਹੋਵੇ ਤੇ ਦਰਸ਼ਨ ਜ਼ਰੂਰ ਦੇਣਾ। ਭਾਈ ਗੁਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਜਿਹੜੀ ਹੈ ਉੱਥੇ ਅੰਤਮ ਸਮਾਂ ਆਪਣਾ ਬਤੀਤ ਕੀਤਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨਾਲ ਉਸ ਵੇਲੇ ਗਏ ਤੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਸਿੱਖੀ ਕਮਾਉਂਦਿਆਂ ਕੋਈ ਗਲਤੀਆਂ ਹੋਈਆਂ ਤੇ ਮਹਾਰਾਜ ਖਿਮਾ ਕਰਿਓ। ਸਤਿਗੁਰੂ ਮਹਾਰਾਜ ਇੱਕ ਬੇਨਤੀ ਹੈ ਕਿ ਮੇਰੀ ਕੋਈ ਯਾਦ ਨਾ ਬਣਾਈ ਜਾਵੇ, ਮੇਰਾ ਕੋਈ ਦੇਹਰਾ ਨਾ ਬਣਾਇਆ ਜਾਵੇ, ਕੋਈ ਸਮਾਧ ਨਾ ਬਣਾਈ ਜਾਏ। ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਆਪਣੇ ਹੱਥੀਂ ਜਿਹੜਾ ਸੀ ਭਾਈ ਗੁਰਦਾਸ ਸਾਹਿਬ ਜੀ ਦਾ ਸੰਸਕਾਰ ਵੀ ਕੀਤਾ। ਅੰਮ੍ਰਿਤ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਾਣ ਤਿਆਗੇ ਹਨ, ਅਕਾਲ ਚਲਾਣਾ ਹੋਇਆ। ਸਤਿਗੁਰੂ ਮਹਾਰਾਜ ਜੀ ਨੇ ਆਪ ਹੱਥੀਂ ਸੰਸਕਾਰ ਕੀਤਾ ਔਰ ਜਿਤਨੀ ਚਿਖਾ ਸੀ, ਜੋ ਉਸ ਵੇਲੇ ਜਿਹੜੀ ਚਿਖਾ ਸੀ ਉਹਨੂੰ ਸਤਿਗੁਰੂ ਮਹਾਰਾਜ ਅੰਗੀਠੇ ਨੂੰ ਆਪ ਇਕੱਠਾ ਕਰਕੇ ਤੇ ਬਿਆਸ ਦਰਿਆ ਦੇ ਵਿੱਚ ਪਾਉਣਾ ਕੀਤਾ। ਉਸ ਦਿਨ ਸਤਿਗੁਰੂ ਮਹਾਰਾਜ ਨੇ ਇੱਕ ਸਾਡੇ ਵਾਸਤੇ ਇੱਕ ਮਰਿਆਦਾ ਬਣਾ ਦਿੱਤੀ ਕਿ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਵੇਂ ਪੰਜਾਬ ਦੀ ਧਰਤੀ 'ਤੇ ਜਦੋਂ ਕੋਈ ਮ੍ਰਿਤਕ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਉਹਦੇ ਚੜ੍ਹਾਈ ਕਰਨ ਤੋਂ ਬਾਅਦ ਵਿੱਚ ਉਹਦੀ ਅਸਥੀਆਂ ਨੂੰ ਜਿਹੜਾ ਹੈ ਕੱਲੀ ਕੱਲੀ ਨੂੰ ਚੁਣਿਆ ਜਾਂਦਾ ਹੈ। ਫਿਰ ਉਹਨੂੰ ਧੋ ਕੇ ਤੇ ਵੱਖਰੇ ਇੱਕ ਭਾਂਡੇ ਦੇ ਵਿੱਚ ਪਾਇਆ ਜਾਂਦਾ ਹੈ ਤੇ ਰਾਖ ਜਿਹੜੀ ਕੁਝ ਇਕੱਠੀ ਕਰ ਲਈ ਜਾਂਦੀ, ਕੁਝ ਇੱਧਰ ਉੱਧਰ ਖਿਲਾਰ ਲਈ ਜਾਂਦੀ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਵੇਲੇ ਕਿਹਾ ਸੀ ਕਿ ਅੰਗੀਠਾ ਸਾਰਾ ਹੀ ਇਕੱਠਾ ਸਮੇਟਿਆ ਜਾਵੇ, ਕਿਉਂਕਿ ਜਦੋਂ ਉੱਥੇ ਅਸੀਂ ਕੇਵਲ ਹੱਡੀਆਂ ਇਕੱਠੀਆਂ ਕਰਦੇ ਆ ਨਾ, ਪਰ ਜਿਹੜਾ ਸਰੀਰ ਸੜਦਾ ਹੈ ਉਹ ਵੀ ਤਾਂ ਰਾਖ ਦੇ ਵਿੱਚ ਰਲਿਆ ਹੈ। ਮਹਾਰਾਜ ਦਾ ਹੁਕਮ ਸੀ ਅੰਗੀਠਾ ਸਾਰਾ ਇਕੱਠਾ ਕਰੋ। ਜਿੱਥੇ ਕੋਈ ਜਲ ਵਗਦਾ ਹੋਵੇ, ਜ਼ਰੂਰੀ ਨਹੀਂ ਕਿ ਕਿਸੇ ਖਾਸ ਥਾਂ ਦੇ ਉੱਤੇ ਹੀ ਜਾ ਕੇ ਫੁੱਲ ਪ੍ਰਵਾਹ ਕਰਨੇ ਨੇ, ਅਸਥੀਆਂ ਪ੍ਰਵਾਹ ਕਰਨੀਆਂ ਨੇ। ਕਿਤੇ ਵੀ ਪਾਣੀ ਵਗਦਾ ਹੋਵੇ ਤੇ ਉੱਥੇ ਉਹ ਅਸਥੀਆਂ ਪ੍ਰਵਾਹ ਕੀਤੀਆਂ ਜਾ ਸਕਦੀਆਂ ਨੇ। ਜੇ ਲਾਗੇ ਪਾਣੀ ਦਾ ਪ੍ਰਬੰਧ ਨਾ ਹੋਵੇ ਤੇ ਉਹਨਾਂ ਨੂੰ ਧਰਤੀ ਦੇ ਵਿੱਚ ਟੋਆ ਪੱਟ ਕੇ ਤੇ ਦੱਬ ਦੇਣਾ ਚਾਹੀਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਸਮੇਂ ਮਹਾਰਾਜ ਦੇ ਹੁਕਮ ਸੀ। ਅੱਜ ਵੀ ਅਸੀਂ ਜਿਹੜੀ ਪੰਥਕ ਰਹਿਤ ਮਰਿਆਦਾ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਵੀ ਲਿਖਿਆ ਹੋਇਆ ਕਿ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਜਿਹੜਾ ਸੀ ਉਹਨੂੰ ਫਰੋਲਿਆ ਨਾ ਜਾਏ, ਇਕੱਠਾ ਕਰਕੇ ਉਹਨੂੰ ਜਿਹੜਾ ਸੀ ਸਾਂਭ ਸੰਭਾਲ ਕੀਤੀ ਜਾਵੇ। ਸਤਿਗੁਰੂ ਮਹਾਰਾਜ ਨੇ ਕਿਹਾ ਸੀ ਕਿ ਭਾਈ ਗੁਰਦਾਸ ਸਾਹਿਬ ਜੀ ਤੁਹਾਡਾ ਅਸੀਂ ਵੱਖਰਾ ਅਸਥਾਨ ਨਹੀਂ ਬਣਾਵਾਂਗੇ ਜੋ ਤੁਸੀਂ ਕਹਿ ਦਿੱਤਾ, ਪਰ ਜੋ ਤੁਸੀਂ ਸਿੱਖੀ ਦੇ ਵਾਸਤੇ ਘਾਲਣਾ ਕਰਕੇ ਗਏ ਹੋ, ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਗਏ ਹੋ, ਉਹ ਕਦੀ ਵੀ ਸਿੱਖ ਭੁਲਾ ਨਹੀਂ ਸਕਣਗੇ। ਵਿਦਵਾਨ ਸੱਜਣ ਹਮੇਸ਼ਾ ਆਪਣੇ ਹਿਰਦਿਆਂ ਦੇ ਵਿੱਚ ਤੁਹਾਨੂੰ ਰੱਖਣਗੇ। ਵਿਦਵਤਾ ਅੱਜ ਭਾਈ ਗੁਰਦਾਸ ਸਾਹਿਬ ਜੀ ਨੂੰ ਸਿੱਖ ਧਰਮ ਦਾ ਵੇਦ ਵਿਆਸ ਕਿਹਾ ਜਾਂਦਾ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਦਿਆ ਦਾਤੇ ਸਨ। ਅੱਖਰੀ ਗਿਆਨ ਗੁਰਮਤਿ ਵਿਦਿਆ ਪੜ੍ਹਾਉਣੀ ਕੀਤੀ। ਜਿਸ ਵੇਲੇ ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਹੋਇਆ, ਇਹ ਜਿਹੜਾ ਚਲਾਣਾ ਸੀ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਵਾਸਤੇ ਸਮਰਪਿਤ ਹੋ ਕਰਕੇ ਸਮੁੱਚਾ ਜੀਵਨ ਜਿਹੜਾ ਸੀ ਗੁਰੂ ਨੂੰ ਸਮਰਪਿਤ ਕਰ ਦਿੱਤਾ ਤੇ ਇਸ ਦੀ ਛਾਪ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਉੱਪਰ ਹੋਈ। ਇੱਥੋਂ ਤੱਕ ਅੱਜ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ। ਅਗਲੀਆਂ ਵਿਚਾਰਾਂ ਅਗਲੇ ਦੀਵਾਨ ਦੇ ਵਿੱਚ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ
ਕਰਨਾਉ ਨਿਤ ਆਵੇ ਤਾਏ ਤੇਗ ਬਹਾਦਰ ਸਿਮਰਿਐ ਕਰਨਾਉ ਨਿਤ ਆਵੇ